ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਸੀਪੀਸੀ ਟੀਵੀ ਦੀ ਖਾਸ ਪੇਸ਼ਕਸ਼ ਟੀਕਾ ਟਿੱਪਣੀ। ਕਿਸਾਨਾਂ ਨੇ ਆਪਣਾ ਪ੍ਰੋਗਰਾਮ ਕਿਸਾਨਾਂ ਨੂੰ ਦੇ ਦਿੱਤਾ, ਯਾਨੀ ਕਿ ਕਿਸਾਨ ਆਗੂਆਂ ਨੇ ਆਪਣਾ ਇਕਰਾਰਨਾਮਾ ਕਿਸਾਨਾਂ ਦੇ ਨਾਲ ਕੀਤਾ, ਆਪਣਾ ਮੈਨੀਫੈਸਟੋ ਕਹਿ ਸਕਦੇ ਹਾਂ। ਉਹਦੇ ਵਿੱਚ ਕਈ ਗੱਲਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ। ਉਹ ਗੱਲਾਂ ਕਿਹੜੀਆਂ ਨੇ, ਉਹ ਤੱਥ ਕਿਹੜੇ ਨੇ, ਉਹ ਏਜੰਡੇ ਕਿਹੜੇ ਨੇ ਜਿਨ੍ਹਾਂ ਤੇ ਕਿੰਤੂ ਹੋ ਰਿਹਾ, ਜਿਹੜੀਆਂ ਪੋਸੀਬਲ, ਜਿਨ੍ਹਾਂ ਦੀ ਪੋਸੀਬਿਲਿਟੀ ਬਹੁਤ ਘੱਟ ਆ। ਇਹ ਤੇ ਚਰਚਾ ਕਰਾਂਗੇ ਇਹਦੇ ਤੇ। ਉਸ ਤੋਂ ਬਾਅਦ ਚਰਚਾ ਕਰਾਂਗੇ ਤਿੰਨਾਂ ਪਾਰਟੀਆਂ ਦੇ ਪ੍ਰਧਾਨ ਸਹਿਬਾਨਾਂ ਦੀ, ਜਿਨ੍ਹਾਂ ਦੀ ਸਥਿਤੀ ਕਸੂਤੀ ਹੋਈ ਪਈ ਹੈ। ਅਖੀਰ ਤੇ ਚਰਚਾ ਇਹ ਕਰਾਂਗੇ ਕਿ ਪੰਜਾਬ ਦੇ ਵਿੱਚ ਵਿਧਾਇਕੀ ਦੀਆਂ ਚੋਣਾਂ ਦੇ ਵਿੱਚ ਇੱਕ ਵਾਰੀ ਵਿਧਾਇਕ ਨੂੰ 400 ਤੋਂ ਵੀ ਘੱਟ ਵੋਟ ਪਏ। ਦਿਲਚਸਪ ਸਿਆਸੀ ਵੰਨਗੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜੁੜਦੇ ਹਾਂ ਪਹਿਲਾਂ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਜਿਹੜੇ ਚੋਣ ਵਿਸ਼ਲੇਸ਼ਕ ਨੇ, ਸਿਆਸੀ ਮਾਹਰ ਨੇ, ਉਹ ਕਈ ਦਿਨਾਂ ਤੋਂ ਇਸ ਗੱਲ ਨੂੰ ਸ਼ਾਦੀ ਭਰ ਰਹੇ ਸੀਗੇ ਕਿ ਜੋ ਕਿਸਾਨਾਂ ਦੇ ਏਜੰਡੇ ਦਾ, ਉਹਨਾਂ ਦੀ ਮਾਨਸਿਕਤਾ ਦਾ ਉਦੋਂ ਪਤਾ ਲੱਗਣਾ ਜਦੋਂ ਉਹਨਾਂ ਦਾ ਮੈਨੀਫੈਸਟੋ ਆਇਆ। ਕਿਸਾਨ ਆਗੂ ਲਿਆ ਇਕਰਾਰਨਾਮਾ, ਮੈਨੀਫੈਸਟੋ ਕਹਿ ਲਓ ਜਾਂ ਇਕਰਾਰਨਾਮਾ ਕਹਿ ਲਓ, ਪਰ ਹੁਣ ਇਸ ਇਕਰਾਰਨਾਮੇ ਦੇ ਵਿੱਚ ਕਈ ਤੱਥ ਨੇ ਜਿਨ੍ਹਾਂ ਦੇ ਉੱਤੇ ਸਵਾਲ ਉੱਠ ਰਹੇ ਨੇ। ਉਹ ਤੱਥ ਕਿਹੜੇ ਨੇ ਤੇ ਸਵਾਲ ਉੱਠਣ ਦੀ ਵਜ੍ਹਾ ਕੀ ਹੈ? ਨਹੀਂ ਦੇਖੋ, ਕਿਸਾਨਾਂ ਦਾ ਵਿਜ਼ਨ ਜਿਹੜਾ ਆ, ਹਰੇਕ ਪਾਰਟੀ ਜਿਵੇਂ ਆਪਣਾ ਵਿਜ਼ਨ ਰੱਖਦੀ ਆ, ਉਹਨਾਂ ਨੇ ਆਪਣਾ ਵਿਜ਼ਨ ਰੱਖ ਦਿੱਤਾ। ਤੇ ਮੈਨੂੰ ਉਹਦੇ ਚੋਂ ਕੋਈ ਕਿੰਤੂ ਵਾਸਤੇ ਕੋਈ ਜ਼ਿਆਦਾ ਨੁਕਤੇ ਨਹੀਂ ਲੱਭੇ, ਮੈਂ ਐਵੇਂ ਕਹਾਂ, ਕਿਉਂਕਿ ਉਹਦੇ ਚ ਰਾਈਪੇਰੀਅਨ ਲਾਅ ਦੀ ਗੱਲ ਆ ਕਿ ਅਸੀਂ ਜਿਹੜੇ ਦਰਿਆਈ ਪਾਣੀ ਆ ਸਾਡੇ, ਉਹ ਰਾਈਪੇਰੀਅਨ ਲਾਅ ਦੇ ਮੁਤਾਬਕ ਅਸੀਂ ਭਾਈ ਉਹਨਾਂ ਦੀ ਲੜਾਈ ਲੜਾਂਗੇ। ਜਦ ਕਿ ਇਹ ਮੇਨ ਸਟ੍ਰੀਮ ਦੀਆਂ ਪਾਰਟੀਆਂ ਨਹੀਂ ਕਹਿ ਰਹੀਆਂ। ਜੋ ਪੰਜਾਬ ਦੇ ਪ੍ਰਸਤ ਹੋਣ ਦੀ ਗੱਲ ਕਹਿੰਦੇ ਨੇ, ਉਹਨਾਂ ਦੇ ਏਜੰਡੇ ਤੇ ਮੁੱਦਾ ਕਦੇ ਨਹੀਂ ਆਉਂਦਾ। ਪਰ ਇਸ ਤੋਂ ਉਲਟ ਜੇ ਤੁਸੀਂ ਦੇਖੋਗੇ ਤਾਂ ਚੰਡੀਗੜ੍ਹ ਨਹੀਂ ਮੰਗ ਰਹੇ ਜੀ, ਬਿਲਕੁਲ ਐਸਐਸਐਮ ਵਾਲੇ। ਹਾਂਜੀ, ਉਹ ਚੀਜ਼ਾਂ ਮਤਲਬ ਕਿ ਕੁਝ ਬਹੁਤਾ ਨਹੀਂ ਹੈ ਕਿੰਤੂ ਵਾਸਤੇ। ਉਹ ਉੱਥੇ ਰੇਸ਼ੋ ਮੰਗ ਰਹੇ ਨੇ ਕਿ ਜਿਹੜੀ 60-40 ਦੀ ਰੇਸ਼ੋ ਅਸੀਂ ਫਿਲਫੁਲ ਕਰ ਦਾਂਗੇ। ਮਤਲਬ ਕਿ ਇੱਥੇ ਚੰਡੀਗੜ੍ਹ ਛੱਡ ਦਿੱਤਾ ਗਿਆ। ਮਤਲਬ ਕਿ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਇਹ ਹੁੰਦੀ ਹੈ ਪ੍ਰਵੀਨ ਜੀ, ਕਿ ਜਦੋਂ ਤੁਹਾਡੇ ਕੋਲ ਖੁੱਲਾ ਸਮਾਂ ਹੋਵੇ, ਫਿਰ ਤੁਸੀਂ ਮੁੱਦਿਆਂ ਤੇ ਖੁੱਲ ਕੇ ਸਮਾਂ ਲਾਉਨੇ ਹੋ, ਰਿਸਰਚ ਕਰਨੇ ਹੋ, ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਥੋੜੀਆਂ ਜਿਹੀਆਂ, ਮਤਲਬ ਕਿ ਇਸ ਮੌਕੇ ਤੇ ਜਦੋਂ ਸਮਾਂ ਬੜਾ ਘੱਟ ਸੀ, ਉਹ ਚੀਜ਼ਾਂ ਕਈ ਵਾਰ ਰਹਿ ਜਾਂਦੀਆਂ ਨੇ। ਸਾਰੀਆਂ ਚੀਜ਼ਾਂ ਨਹੀਂ ਛੋਈਆਂ ਜਾਂਦੀਆਂ, ਕਿਉਂਕਿ ਇਹਨਾਂ ਦਾ ਤਾਂ ਜੇ ਤੁਸੀਂ ਚੋਣ ਨਿਸ਼ਾਨ ਵੀ ਵੇਖੋਗੇ, ਮੰਜਾ ਜਿਹਦੇ ਤੇ ਬੈਠ ਕੇ ਆਰਾਮ ਕਰਦਾ, ਇੱਕ ਫਾਜ਼ਿਲਕਾ ਤੋਂ ਹੈ ਇਹਨਾਂ ਦਾ ਕੈਂਡੀਡੇਟ ਛਾਬੜਾ ਸਾਹਿਬ, ਮੇਰੇ ਖਿਆਲ ਦੇ ਨਾਲ ਉਹ ਮੰਜਾ ਚੁੱਕ ਕੇ ਚੋਣ ਪ੍ਰਚਾਰ ਕਰ ਰਿਹਾ ਵਾ। ਠੀਕ ਹੈ, ਵਾਹ। ਮੈਂ ਕਿਹਾ ਅਜੇ ਮੰਜੇ ਤੇ ਬੰਦਾ ਚੋਣ ਨਿਸ਼ਾਨੀ ਮਿਲ ਗਿਆ, ਨਹੀਂ ਤੇ ਵਿੱਚ ਉੱਤੇ ਬੰਦਾ ਬਿਠਾਉਣਾ ਪੈਣਾ ਸੀ ਤੇ ਤਾਂ ਰਹਿ ਜਾਣੀ ਸੀ। ਜੀ ਬਿਲਕੁਲ। ਬੰਦੇ ਵੀ ਅੱਜ ਕੱਲ ਬਰਗਰ ਖਾ ਕੇ ਖਾਸੇ ਭਾਰੇ ਨੇ। ਅੱਛਾ, ਦੂਜੀਆਂ ਚੀਜ਼ਾਂ ਜੇ ਤੁਸੀਂ ਦੇਖੋਗੇ ਇਹਦੇ ਵਿੱਚ, ਮਤਲਬ ਕਿ ਰੁਜ਼ਗਾਰ ਦੀ ਗੱਲ ਆ, ਵੈਸੇ ਲੰਮਾ ਚੌੜਾ ਹੈ। ਜੇ ਤੁਸੀਂ ਦੇਖੋਗੇ ਖੇਤੀਬਾੜੀ ਤੇ ਪੇਂਡੂ ਵਿਕਾਸ, ਜਿਹਦੇ ਚ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਜੋ ਫਾਰਮਰ ਆ ਉਹਦੀ ਅਸੀਂ ਮਹੀਨਾਵਾਰ ਇਨਕਮ ਜਿਹੜੀ ਆ ਉਹ 25,000 ਕਰਾਂਗੇ। ਬਹੁਤ ਵੱਡਾ ਨੁਕਤਾ। ਜੇ ਤੁਸੀਂ ਅੱਗੇ ਚੱਲੋਗੇ ਤਾਂ ਇਹਨਾਂ ਨੇ ਇੱਕ ਹੋਰ ਕਿਹਾ ਕਿ ਜੋ ਕਰਤਾਰਪੁਰੀ ਮਾਡਲ ਹੈ ਖੇਤੀ ਦਾ, ਬਾਬੇ ਨਾਨਕ ਦਾ, ਉਹ ਅਸੀਂ ਲਾਗੂ ਕਰਾਂਗੇ। ਮਤਲਬ ਕਿ ਜਿੱਦਾਂ ਕਹਿ ਲਓ ਕੁਦਰਤੀ ਖੇਤੀ ਮਾਡਲ ਹੈ ਜਿਹੜਾ, ਉਹ ਅਸੀਂ ਲਾਗੂ ਕਰਾਂਗੇ। ਹੋਰ ਅੱਗੇ ਜਾਓਗੇ ਬਹੁਤ ਕੁਛ ਆ ਕਿ ਜਿੱਦਾਂ ਸੁਸਾਇਟੀਆਂ ਰਾਹੀਂ 3 ਲੱਖ ਰੁਪਏ ਤੱਕ ਦਾ ਜਿਹੜਾ ਲੋਨ ਹੈ, ਬਈ ਜਿੱਦਾਂ ਲੈਣ ਦੇਣ ਸਹੀ ਹੈ, ਉਹ ਮਤਲਬ ਕਿ ਇੰਟਰਸਟ ਜਿਹੜਾ ਮਾਫ ਹੋਏਗਾ, ਉਹਦੇ ਤੇ ਵਿਆਜ ਮਾਫ ਹੋਏਗਾ। ਆਪਾਂ ਜਿਹਨੂੰ ਵਿਆਜ ਰਹਿਤ ਕਰਜ਼ਾ ਕਹਿੰਦੇ ਨੇ। ਇਸ ਤਰ੍ਹਾਂ ਮਤਲਬ ਕਿ ਕਿਸਾਨਾਂ ਵਾਸਤੇ ਤੇ ਫਿਰ ਖੁੱਲ ਕੇ ਐਲਾਨ ਹੋਣਾ ਹੀ ਸਨ ਨਾ। ਇੱਥੇ ਸਾਫ਼ ਹੀ ਸੀਗਾ, ਇਹਦੇ ਵਿੱਚ ਖਾਸਾ ਕੁਛ ਆ ਕਿਸਾਨਾਂ ਵਾਸਤੇ। ਹਾਂਜੀ, ਲਘੂ ਉਦਯੋਗ ਬਾਰੇ, ਮਤਲਬ ਕਿ ਵੀ ਸਹਾਇਕ ਧੰਦਿਆਂ ਵਾਸਤੇ ਜੋ ਵੀ ਕੁਛ ਕੀਤਾ ਜਾ ਸਕਦਾ ਹੈ, ਸੁਸਾਇਟੀਆਂ ਵਾਸਤੇ, ਜਾਂ ਫਿਰ ਰੈਵਨਿਊ ਡਿਪਾਰਟਮੈਂਟ ਆ ਜਾਂਦਾ ਅੱਗੇ। ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਮਾਲ ਮਹਿਕਮੇ ਦੇ ਨਾਲ ਵਾਬਸਤਾ ਰਹਿੰਦਾ ਕਿਸਾਨ, ਕਿ ਉਹਦੇ ਚ ਰਿਫਾਰਮਸ ਕਰਾਂਗੇ ਕਿ ਜਿੱਦਾਂ ਇੰਤਕਾਲ ਕਰਾਉਣਾ ਹੈ ਕਿਸੇ ਨੇ, ਰਜਿਸਟਰੀ ਵਗੈਰਾ, ਕਿ ਉਹ ਮਤਲਬ ਕਿ ਸਮਾਂਬੱਧ ਹੋਵੇ, ਤੇ ਜੇ ਕੋਈ ਨਹੀਂ ਕਰਦਾ, ਕੋਈ ਅਫਸਰ ਰਹਿ ਜਾਂਦਾ, ਉਹਦੇ ਤੇ ਕਾਰਵਾਈ ਕੀਤੀ ਜਾਵੇ। ਕੁਛ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਆ। ਫਿਰ ਇਸ ਤੋਂ ਇਲਾਵਾ ਉਦਯੋਗਿਕ ਵਿਕਾਸ, ਵਪਾਰ ਆ ਜਾਂਦਾ ਇਹਨਾਂ ਦਾ, ਜਿਹਦੇ ਵਿੱਚ ਖਾਸਾ ਕੁਛ ਕਹਿੰਦੇ ਨੇ ਕਿ ਛੋਟੇ ਉਦਯੋਗਾਂ ਨੂੰ ਅਸੀਂ ਉਤਸ਼ਾਹਿਤ ਕਰਾਂਗੇ। ਮਤਲਬ ਕਿ ਵਾਤਾਵਰਨ ਹੈ ਜਿਹੜਾ, ਉਹਨੂੰ ਵੀ ਸੰਭਾਲਾਂਗੇ। ਵਾਟਰ ਟਰੀਟਮੈਂਟ ਪਲਾਂਟ ਲਾਏ ਜਾਣਗੇ ਉਦਯੋਗਾਂ ਦੇ ਵਿੱਚ। ਜਾਂ ਇਸ ਤੋਂ ਇਲਾਵਾ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਉਦਮੀਆਂ ਲਈ ਸਰਕਾਰ ਵਿਦੇਸ਼ਾਂ ਵਿੱਚ ਮੰਡੀਕਰਨ ਦੀਆਂ ਸਹੂਲਤਾਂ ਵਧਾਉਣ ਵਿੱਚ ਮਦਦ ਕਰੇਗੀ। ਨਵੇਂ ਘੱਟੋ ਘੱਟ 10 ਵਿਅਕਤੀਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਮੀਆਂ ਨੂੰ 5 ਲੱਖ ਦਾ ਕਰਜ਼ਾ ਜਿਹੜਾ ਬਿਨਾਂ ਵਿਆਜ ਤੋਂ ਦਿੱਤਾ ਜਾਏਗਾ। ਮਤਲਬ ਕਿ ਛੋਟਾ ਤੁਸੀਂ ਕਾਰੋਬਾਰ ਸਟਾਰਟ ਕਰਨੇ ਹੋ। ਸਰਹੱਦਾਂ ਖੋਲਣ ਦੀ ਵੀ ਗੱਲ ਕਰਦੇ ਨੇ। ਹਾਂਜੀ, ਉਹ ਤੇ ਚਲੋ ਬਾਅਦ ਦਾ ਇੱਕ ਵਿਸ਼ਾ ਹੈ ਨਾ। ਉਹ ਵਪਾਰ ਆ ਗਿਆ, ਕੌਮਾਂਤਰੀ ਵਪਾਰ, ਉਹ ਨਹੀਂ ਖੋਲ ਸਕਦੇ, ਇਹ ਨਹੀਂ ਖੋਲ ਸਕਦੇ। ਮਾਫ ਕਰਨਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਕੇਸ ਜਿਹੜਾ ਵਾ ਉਹ ਲੜਾਂਗੇ, ਕੇਂਦਰ ਸਰਕਾਰ ਦੇ ਨਾਲ ਤਾਲਮੇਲ ਬਣਾਵਾਂਗੇ।
ਆਪ ਨਹੀਂ ਵਪਾਰ ਖੋਲ ਸਕਦੇ। ਠੀਕ ਹੈ ਵੈਸੇ ਤੇ ਜੇ ਦੇਖੋ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਹੂੰ ਵਿਸ਼ੇਸ਼ ਦਰਜਾ ਤਾਂ ਦੇ ਨਹੀਂ ਰਹੇ ਪੰਜਾਬ ਨੂੰ। ਜੀ ਤੇ ਘੱਟੋ ਜੇ ਘੱਟ ਕਿਉਂਕਿ ਇਹੀ ਤਾਂ ਇੱਕ ਸਮੱਸਿਆ ਹੈ ਨਾ, ਬੇਸਿਕ ਸਮੱਸਿਆ। ਹੁਣ ਜੇ ਤੁਸੀਂ ਇੱਥੇ ਵੀ ਦੇਖੋ ਕਿ ਚਲੋ ਗੱਲ ਉਲਟ ਪਾਸੇ ਚਲੀ ਜਾ ਰਹੀ ਹੈ, ਜੀ ਜੀ ਤੇ ਮੇਰੇ ਖਿਆਲ ਦੇ ਨਾਲ ਉਹ ਸਿੱਧਾ ਪਾਸਾ ਵੀ ਆ ਹਾਂਜੀ ਕਿ ਉਦਯੋਗਿਕ ਵਿਕਾਸ ਅਤੇ ਵਪਾਰ ਦੇ ਵਿੱਚ ਉਹ ਜਿਹੜੀ ਗੱਲ ਕਹਿ ਰਹੇ ਨੇ, ਹਾਂਜੀ ਉਹਦੇ ਵਿੱਚ ਹੋਰ ਕੁਝ ਕਹਿ ਰਹੇ ਆ। ਸੂਚਨਾ ਤਕਨੀਕਾਂ, ਮਤਲਬ ਕਿ ਆਈਟੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਦਯੋਗ ਨੂੰ ਪਹਿਲ ਵਜੋਂ ਪੰਜਾਬ ਵਿੱਚ ਡਿਵੈਲਪ ਕੀਤਾ ਜਾਊਗਾ ਵਗੈਰਾ ਵਗੈਰਾ। ਅਸੰਗਠਿਤ ਇਨਫਾਰਮਲ ਸੈਕਟਰ ਜਿਹਨੂੰ ਆਪਾਂ ਕਹਿੰਦੇ ਆ, ਉਸ ਸੈਕਟਰ ਦੇ ਮਜ਼ਦੂਰਾਂ ਦੀ ਲੁੱਟ ਨੂੰ ਬੰਦ ਕਰਵਾ ਕੇ ਉਹਨਾਂ ਨੂੰ ਸਰਕਾਰ ਵੱਲੋਂ ਕਾਨੂੰਨ ਪਾਸ ਕੀਤੀਆਂ ਉਜ਼ਰਤਾਂ ਦਵਾਈਆਂ ਜਾਣਗੀਆਂ। ਬਸ ਇਹੀ ਹੈ ਇਹਦੇ 'ਚ, ਕੋਈ ਬਹੁਤਾ ਵੱਡਾ ਨਹੀਂ। ਜੀ ਪਰ ਤੁਸੀਂ ਦੂਜੀਆਂ ਸਹੂਲਤਾਂ ਦੇਣ ਵਾਸਤੇ ਨਿਵੇਸ਼ ਕਿੱਥੋਂ ਲਿਆਓਗੇ? ਹਾਂ ਪੈਸਾ ਕਿੱਥੋਂ ਆਏਗਾ? ਕਿਉਂਕਿ ਮੇਨ ਗੱਲ ਇਨਵੈਸਟਮੈਂਟ ਦੀ। ਅੱਜ ਦੁਨੀਆ ਦੇ ਵਿੱਚ ਇੱਕ ਦੌੜ ਜਿਹੜੀ ਉਦਯੋਗ ਨੂੰ ਲੈ ਕੇ ਆ, ਉਹ ਇਨਵੈਸਟਮੈਂਟ ਦੀ ਹੈ ਇਹ ਹੈਗੀ ਕਿ ਇਨਵੈਸਟਮੈਂਟ ਕਿੱਥੇ ਆਏਗੀ। ਸੋ ਸਾਡਾ ਸੂਬਾ ਲੈਂਡ ਲੌਕ ਹੈ। ਜਿਹੜੀਆਂ ਦੂਜੀਆਂ ਅਦਰ ਸਟੇਟਾਂ ਨੇ, ਹਾਂਜੀ ਉਹਨਾਂ ਦਾ ਰॉ ਮਟੀਰੀਅਲ ਸਸਤਾ ਹੈ ਸਾਡੇ ਨਾਲੋਂ। ਜੀ ਲੇਬਰ ਤੋਂ ਲੈ ਕੇ ਲੈਂਡ ਤੱਕ ਸਭ ਕੁਝ ਸਸਤਾ ਹੈ। ਬਿਲਕੁਲ ਸੋ ਜੇ ਤੁਸੀਂ ਸਾਨੂੰ ਵਿਸ਼ੇਸ਼ ਦਰਜਾ ਨਹੀਂ ਦੇ ਸਕਦੇ, ਇੰਨੀ ਕੋਈ ਖੁਦ ਮੁਖਤਿਆਰੀ ਦੇ ਦਿਓ ਕਿ ਅਸੀਂ ਵਪਾਰ ਆਪਣਾ ਜਿਹੜਾ ਇੱਕੋ ਜਿਹੜੀ ਸਾਡੇ ਨਾਲ ਹੱਦ ਲੱਗਦੀ ਉਹਨਾਂ ਨਾਲ ਕਰ ਕਰ ਸਕੀਏ। ਸਕੀਏ ਬਿਲਕੁਲ ਪਰ ਇਹ ਹੋਣਾ ਨਹੀਂ ਹੈ। ਇਹ ਹੋਣਾ ਨਹੀਂ ਹੈ ਕਿ ਕੇਸ ਜਿਹੜਾ ਹੈ ਤੁਸੀਂ ਉੱਥੇ ਠੀਕ ਆ ਕਿ ਜਾ ਕੇ ਰੱਖ ਸਕਦੇ ਹੋ, ਤੁਸੀਂ ਜੀ ਉਹਨਾਂ ਦੇ ਕੋਲ ਪੁੱਟ ਕਰ ਸਕਦੇ ਹੋ। ਹਾਂਜੀ ਹਾਂਜੀ ਫੈਸਲਾ ਤਾਂ ਉਹਨਾਂ ਨੇ ਲੈਣਾ, ਉਹਨਾਂ ਨੇ ਕਰਨਾ ਨਿਰਣਾ ਅਥਾਰਟੀ ਤਾਂ ਉਹ ਹੈ ਨਾ। ਉਹ ਨਹੀਂ ਉਹ ਤੇ ਪਾਕਿਸਤਾਨ ਦੇ ਨਾਲ ਕ੍ਰਿਕਟ ਨਹੀਂ ਖਿਡਾਉਂਦੇ, ਜੀ ਉਹਦਾ ਇੱਕ ਕਾਰਨ ਹੈ। ਜੀ ਆਈਸੀਸੀ ਦੇ ਵਿੱਚ ਉਹ ਖੇਡਦੇ ਨੇ ਜਾ ਕੇ, ਬਟ ਜਿਹੜੀ ਦਵੱਲੀ ਸੀਰੀਜ਼ ਉਹ ਨਹੀਂ ਖੇਡਦੇ। ਖੇਡਦੇ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਹਾਂਜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਫਾਈਨੈਂਸ਼ੀਅਲੀ ਲਾਸ ਕੀਤਾ ਜਾਵੇ। ਬਿਲਕੁਲ ਇੱਥੇ ਤੇ ਕੁੜੱਤਨ ਇੱਥੋਂ ਤੱਕ ਆ ਹਾਂਜੀ ਕਿ ਕੁਝ ਉੱਠ ਕੇ ਮੇਰੇ ਵਰਗੇ ਬੇਅਕਲੇ ਕਹਿੰਦੇ ਨੇ ਜੀ ਕਿ ਉਹਨਾਂ ਦੇ ਮਰੀਜ਼ਾਂ ਨੂੰ ਮਿਲਦੇ ਵੀਜ਼ੇ ਬੰਦ ਕਰ ਦਿਓ। ਅੱਛਾ ਨਫ਼ਰਤ ਇੰਨੀ ਫੈਲੀ ਪਈ ਹੈ। ਇਹ ਵਪਾਰ ਖੋਲ ਕੇ ਆਪਣਾ ਸਿਆਸੀ ਵਪਾਰ ਕਿਵੇਂ ਚਲਾਉਣਗੇ? ਮਰੀਜ਼ਾਂ ਨਾਲ ਵੀ ਸ਼ਰੀਕੀ ਨਹੀਂ। ਹਾਂਜੀ, ਗੱਲ ਉੱਥੋਂ ਤੱਕ ਚਲੇ ਜਾਂਦੀ ਹੈ। ਰੁਜ਼ਗਾਰ ਦਾ ਮੁੱਦਾ ਇਹਨਾਂ ਨੇ ਚੁੱਕਿਆ ਵਾ। ਜੀ ਚੰਡੀਗੜ੍ਹ ਦੀ ਰਾਜਧਾਨੀ ਬਾਰੇ ਮੈਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ, ਹਾਂਜੀ। ਪਰ ਮੈਨੂੰ ਖਾਸਾ ਮੁੱਦਾ ਥੋੜਾ ਜਿਹਾ ਨਾ ਉਹ ਲੱਗਾ ਮੈਨੂੰ ਹੈਰਾਨ ਜਿਹਾ ਕਰਨ ਵਾਲਾ ਕਿ ਠੀਕ ਹੈ। ਪੰਜਾਬੀ ਬੋਲਦੇ ਇਲਾਕਿਆਂ ਦੀ ਵੈਸੇ ਗੱਲ ਪਤਾ ਨਹੀਂ ਕਿਤੇ ਅੱਗੇ ਜਾ ਕੇ ਕੀਤੀ ਹੋਵੇ। ਸਿੱਖਿਆ ਦੇ ਖੇਤਰ ਵਿੱਚ ਉਹ ਸੁਧਾਰ ਜਿਹੜੇ ਆ ਉਹ ਇਹਨਾਂ ਨੇ ਦੱਸੇ ਨੇ। ਹਾਂਜੀ ਮਤਲਬ ਕਿ ਉਹਦੇ ਵਿੱਚ ਜੇ ਮੇਨਲੀ ਦੇਖੋਗੇ ਤਾਂ ਪੰਜਾਬ ਦਾ ਸਿੱਖਿਆ ਸੰਬੰਧੀ ਬਜਟ ਹੁਣ ਨਾਲ ਦੁੱਗਣਾ ਕੀਤਾ ਜਾਏਗਾ। ਇਹ ਠੀਕ ਹੈ, ਇਹ ਗੁੱਡ ਚੰਗੀ ਅਪਰੋਚ ਹੈ ਮੇਰੇ ਖਿਆਲ ਦੇ ਨਾਲ, ਬਿਲਕੁਲ ਕਿਉਂਕਿ ਬਜਟ ਹੋਏਗਾ ਤੇ ਤੁਹਾਡੇ ਰਿਫਾਰਮਸ ਹੋਣਗੇ, ਹੋਣਗੇ। ਤੁਹਾਡੇ ਸੁਧਾਰ ਹੋਣਗੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਸਕੂਲੀ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ ਤੇ ਵਿਦਿਆਰਥੀਆਂ ਅਧਿਆਪਕਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜੀ। ਸਿੱਖਿਆ ਅਧਿਕਾਰ ਕਾਨੂੰਨ ਨੂੰ ਆਧਾਰ ਬਣਾਇਆ ਜਾਵੇਗਾ। ਮਤਲਬ ਕਿ ਅਧਿਆਪਕ ਦਾ ਵੀ ਸ਼ੋਸ਼ਣ ਨਾ ਹੋਵੇ, ਠੀਕ ਹੈ ਬੱਚਿਆਂ ਦਾ ਵੀ ਨਾ ਹੋਵੇ। ਇਸ ਤਰ੍ਹਾਂ ਦਾ ਇੱਕ ਮਾਡਲ ਜਿਹੜਾ ਅਸੀਂ ਲਿਆਵਾਂਗੇ। ਵਿਚਲਾ ਕੋ ਕੱਢਾਂਗੇ। ਫੀਸਾਂ ਜਿਹੜੀਆਂ ਉਹ ਨਿਯਮਬੱਧ ਹੋਣਗੀਆਂ, ਉਹਦੇ ਨਿਯਮ ਬਣਾ ਦਿੱਤੇ ਜਾਣਗੇ ਜੀ। ਔਰ ਉਹਦੇ ਵਿੱਚ ਮਤਲਬ ਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ਨਹੀਂ ਹੋਏਗੀ। ਠੀਕ ਹੈ। ਵਧੀਆ ਚੀਜ਼ਾਂ ਨੇ ਤੇ ਪਹੁੰਚ ਵਾਲੀਆਂ ਚੀਜ਼ਾਂ ਨੇ, ਅੱਛੀ ਪਹੁੰਚ ਵਾਲੀਆਂ ਚੀਜ਼ਾਂ ਨੇ। ਇਹਦੇ ਚ ਵਿਜ਼ਨ ਵੀ ਝਲਕਦਾ ਹੈ ਨਾ ਜੀ। ਕਿ ਜਿਨ੍ਹਾਂ ਨੇ ਇਹ ਦਸਤਾਵੇਜ਼ ਤਿਆਰ ਕੀਤਾ ਹੈ ਹਾਂ, ਤਾਂ ਉਹ ਉਹ ਬੰਦੇ ਵੀ ਸੋਸਾਇਟੀ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਜੁੜੇ ਲੋਕ ਹੋਏ। ਨੇ। ਕਈ ਵਾਰ ਸੋਸਾਇਟੀ ਤੋਂ ਟੁੱਟੇ ਲੋਕ ਉਹ ਹੁੰਦੇ ਆ ਹਾਂਜੀ। ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਹੀ ਬੈਠੇ ਆ, ਬੈਠੇ। ਜਿਨ੍ਹਾਂ ਨੂੰ ਵੱਟਾਂ ਦਾ, ਹੱਟਾਂ ਦਾ, ਭੱਠਾਂ ਦਾ ਨਹੀਂ ਪਤਾ। ਕੋਈ ਪਤਾ ਨਹੀਂ ਹੈ। ਜੀ। ਸੋ ਇਸ ਕਰਕੇ ਇਹਦੇ ਚੋਂ ਵਿਜ਼ਨ ਝਲਕਦਾ ਜ਼ਰੂਰ। ਇਹ ਸਿੱਖਿਆ ਨੂੰ ਲੈ ਕੇ ਕੁਝ ਹੋਰ ਵੀ ਹੈ, ਸਾਰੇ ਨੁਕਤੇ ਨਹੀਂ ਸਾਂਝੇ ਕਰ ਸਕਦੇ ਕਿਉਂਕਿ ਸਮਾਂ। ਟਾਈਮ ਦਾ ਜਿਹੜਾ ਤੁਹਾਨੂੰ ਪਤਾ। ਹਾਇਰ ਐਜੂਕੇਸ਼ਨ ਬਾਰੇ ਆ, ਅੱਗੇ ਆ ਜਾਓਗੇ, ਸਿਹਤ ਬਾਰੇ ਆ। ਇੱਥੇ ਵੀ ਇਹਨਾਂ ਨੇ ਕਿਹਾ ਹੈ ਕਿ ਅਸੀਂ ਬਜਟ ਜਿਹੜਾ ਉਹ ਦੁੱਗਣਾ ਕਰ ਦੇਵਾਂਗੇ। ਸੋ ਜੇਲ੍ਹਾਂ ਦੇ ਸੁਧਾਰ ਦੀ ਗੱਲ ਕੀਤੀ ਹੈ, ਪੁਲਿਸ ਦੇ ਸੁਧਾਰ ਦੀ ਗੱਲ ਕੀਤੀ ਹੈ। ਇਹ ਬਹੁਤ ਵਧੀਆ ਗੱਲ ਹੈ। ਹਾਂਜੀ ਪੁਲਿਸ ਰਿਫਾਰਮਸ ਦੀ ਇਹਦੇ ਚ ਗੱਲ ਹੋਈ ਹੈ ਕਿ ਅਸੀਂ ਅੰਗਰੇਜ਼ਾਂ ਦੇ ਟਾਈਮ ਦਾ ਲਾਅ ਜਿਹੜਾ ਉਹ ਬਦਲਾਂਗੇ। ਸਿਖਲਾਈ ਪੁਲਿਸ ਦੀ ਜਿਹੜੀ ਹੈ ਉਹ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਤੇ ਲੋਕਾਂ ਪ੍ਰਤੀ ਉਹਨਾਂ ਨੂੰ ਉੱਤਰਦਾਇਕ ਬਣਾਇਆ ਜਾਏਗਾ। ਫਿਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ ਦੇ ਗੁਪਤ ਗੱਠਜੋੜ ਨੂੰ ਤੋੜਿਆ ਜਾਏਗਾ। ਠੀਕ ਹੈ। ਪੁਲਿਸ ਮੁਲਾਜ਼ਮ ਲਈ ਸਾਲ ਵਿੱਚ ਵਿਸ਼ੇਸ਼ ਛੁੱਟੀ ਦਾ ਪ੍ਰਬੰਧ ਕੀਤਾ ਜਾਏਗਾ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਗੁਜ਼ਾਰ ਸਕਣ। ਉਹਨਾਂ ਦੀ ਡਿਊਟੀ ਦਾ ਸਮਾਂ ਵੀ ਦੂਜੇ ਮੁਲਾਜ਼ਮਾਂ ਵਾਂਗ ਨਿਯਮਬੱਧ ਕੀਤਾ ਜਾਏਗਾ। ਸਹੀ। ਬਹੁਤ ਜ਼ਬਰਦਸਤ ਹੈ, ਜੀ ਜ਼ਬਰਦਸਤ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਜੇਲ੍ਹਾਂ ਦਾ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਹੜੀ ਕਹੀ ਹੈ ਉਹ ਗੱਲ ਮੇਰੇ ਖਿਆਲ ਦੇ ਨਾਲ ਪਬਲਿਕ ਦੇ ਵਿੱਚ ਗਈ ਨਹੀਂ ਹੈ। ਠੀਕ ਹੈ। ਇੱਕ ਤਾਂ ਇਹਨਾਂ ਨੇ ਕਿਹਾ ਕਿ ਵਿਧਾਇਕਾਂ ਦਾ ਜਿਹੜਾ ਫਜ਼ੂਲ ਖਰਚਾ ਹੈ ਵਿਧਾਨ ਸਭਾ ਚ ਪਹੁੰਚੇ ਨੁਮਾਇੰਦਿਆਂ ਦਾ, ਜੀ। ਅਸੀਂ ਇਹਦੇ ਤੇ ਨੱਥ ਪਾਵਾਂਗੇ। ਠੀਕ ਹੈ। ਮਤਲਬ ਕਿ ਜਿੱਦਾਂ ਹੁਣ ਟੈਲੀਫੋਨ ਬਿੱਲ 15,000 ਇੱਕ ਖਾਤਾ ਹੈ। ਆ ਪੀਏ ਆ ਜੀ, ਪੀਏ ਵੀ ਮਾਸੀ ਦਾ ਮੁੰਡਾ ਹੈ। ਜੀ ਆ ਸੈਕਟਰੀ ਹੈ ਜੀ, ਚਾਚੀ ਦਾ ਮੁੰਡਾ ਹੈ। ਹਾਂਜੀ। ਡਰਾਈਵਰ ਕੌਣ ਆ? ਉਹ ਤਾਈ ਜੀ ਦਾ ਲੜਕਾ ਹੈ। ਮਤਲਬ ਕਿ ਘਰ ਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ, ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ। ਹਾਂਜੀ ਇੱਕ ਵੱਡੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ, ਚਲੋ ਤੁਹਾਡਾ ਸਮਾਂ ਜ਼ਾਇਆ ਨਾ ਕਰਾਂ, ਵੱਡੀ ਗੱਲ ਜਿਹੜੀ ਕਹੀ ਹੈ ਕਿਸਾਨਾਂ ਨੇ ਉਹ ਬੜੀ
ਬਹਿਸ ਦਾ ਵਿਸ਼ਾ ਹੈ ਠੀਕ ਹੈ ਤੇ ਬੜੀ ਮੈਂ ਕਹੂੰਗਾ ਕਿ ਉੱਤਮ ਦਰਜੇ ਦੀ ਗੱਲ ਹੈ ਜੀ ਕਿ ਤੁਹਾਡੇ ਨੁਮਾਇੰਦੇ ਚੁਣੇ ਜਾਂਦੇ ਆ 5 ਸਾਲ ਉਹ ਤੁਹਾਨੂੰ ਦੁਰਕਾਰ ਦੇਣ, ਉਹ ਤੁਹਾਨੂੰ ਨਜ਼ਰਅੰਦਾਜ਼ ਕਰ ਦੇਣ, ਤੁਸੀਂ ਕੁਝ ਨਹੀਂ ਜੇ ਕਰ ਸਕਦੇ। ਇਹ ਕਹਿੰਦੇ ਕਿ ਅਸੀਂ ਇਸ ਗੱਲ ਵੱਲ ਕਦਮ ਵਧਾਵਾਂਗੇ, ਫਾਈਟ ਕਰਾਂਗੇ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜੇ ਉਹ ਆਪਣੀਆਂ ਉਮੀਦਾਂ ਜਿਹੜੀਆਂ ਉਹਨਾਂ ਨੇ ਜਗਾਈਆਂ ਹੁੰਦੀਆਂ ਉਹਦੇ ਤੇ ਖਰੇ ਨਹੀਂ ਉਤਰਦੇ ਤਾਂ ਉਹਨਾਂ ਨੂੰ ਵਾਪਸ ਬੁਲਾਏ ਜਾਣ ਦਾ ਪ੍ਰਬੰਧ ਕੀਤਾ ਜਾਵੇ। ਜੀ, ਰਾਈਟ ਟੂ ਰੀਕਾਲ, ਬਿਲਕੁਲ ਰਾਈਟ ਟੂ ਰੀਕਾਲ, ਮਤਲਬ ਕਿ ਉਹਨਾਂ ਨੂੰ ਬੈਕ ਬੁਲਾਇਆ ਜਾ ਸਕੇ ਤੇ ਉਹਦੇ ਵਾਸਤੇ ਅਸੀਂ ਕਾਨੂੰਨ ਲਈ ਲੜਾਈ ਲੜਾਂਗੇ। ਇਹ ਸ਼ਾਨਦਾਰ ਗੱਲ। ਇਹ ਦੇਖੋ ਇਹ ਤਾਂ ਹੁਣ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਨਾ, ਜੀ ਇਹ ਤਾਂ ਸਦਨ ਨੇ, ਸੰਸਦ ਨੇ ਬਣਾਉਣਾ ਹੁੰਦਾ ਕਾਨੂੰਨ, ਪੰਜਾਬ ਸਰਕਾਰ ਨਹੀਂ। ਅੱਛਾ, ਵਿਧਾਨ ਸਭਾ ਦੇ ਮਸਲੇ 'ਚ ਵੀ ਨਹੀਂ? ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਨਾ, ਕਿਉਂਕਿ ਜਿਹੜਾ ਲੋਕ ਪ੍ਰਤੀਨਿਧੀ ਐਕਟ ਹੈ ਇਲੈਕਸ਼ਨ ਉਹਦੇ ਮੁਤਾਬਕ ਹੁੰਦਾ ਹੈ, ਨਾ ਕਿ ਪੰਜਾਬ ਦਾ ਵਿਧਾਨ ਸਭਾ ਦਾ ਐਕਟ ਹੈ। ਸੋ ਇਸ ਕਰਕੇ ਉਹ ਉਸੇ ਚੋਣ ਪ੍ਰਕਿਰਿਆ ਦਾ ਹਿੱਸਾ ਜਿਹਦੇ ਵਿੱਚ ਲੋਕ ਸਭਾ ਦੇ ਮੈਂਬਰ ਨਿਕਲਦੇ ਨੇ। ਠੀਕ ਹੈ। ਸੋ ਇਸ ਕਰਕੇ ਇਹ 2-3 ਚੀਜ਼ਾਂ ਨੇ ਜਿਹੜੀਆਂ ਆਪ ਨਹੀਂ ਕਰ ਸਕਦੇ। ਇੱਕ ਤਾਂ ਤੁਸੀਂ ਨੋਟ ਕਰ ਲਓ ਕਿ ਬਾਰਡਰ ਆਪ ਨਹੀਂ ਖੋਲ ਸਕਦੇ, ਜਿੱਦਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਬਾਰਡਰ ਖੋਲਣ ਬਾਰੇ, ਉਹ ਲੜਾਈ ਬਾਰੇ ਕਹਿ ਰਹੇ ਆ ਕਿ ਅਸੀਂ ਇਸ ਕੇਸ ਨੂੰ ਅੱਗੇ ਸਰਕਾਰ ਦੇ ਨਾਲ ਜਾ ਕੇ ਤੇ ਵਿਚਾਰਾਂਗੇ। ਠੀਕ ਹੈ। ਦੂਜੀ ਚੀਜ਼ ਕਿ ਰਾਈਟ ਟੂ ਰੀਕਾਲ ਵੀ ਉਹ ਬਣੇ ਸਦਨ 'ਚ, ਅਸੀਂ ਉਹਦੇ ਲਈ ਇੱਕ ਫਾਈਟ ਕਰਾਂਗੇ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਹੈ ਉਹ ਇਕਰਾਰਨਾਮਾ ਆਇਆ, ਲੋਕਾਂ ਨਾਲ ਇਕਰਾਰ ਕੀਤੇ ਨੇ। ਤੇ ਦੂਜੀ ਗੱਲ ਜਿਹੜੀ ਹੈ ਕਿ ਭਾਜਪਾ ਦਾ ਵੀ ਜੇ ਤੁਸੀਂ ਦੇਖੋਗੇ 11 ਸੰਕਲਪ ਪੱਤਰ ਆਇਆ ਜਿਹੜਾ, ਉਹ ਤੇ ਕੈਪਟਨ ਵਾਲਾ ਹੀ ਸੀਗਾ, ਉਹ ਟੋਟਲੀ ਕਾਪੀ ਪੇਸਟ ਸੀਗਾ। ਮੈਂ ਉਹਦੇ ਬਾਰੇ ਲਿਖਿਆ ਵੀ ਹੈ ਵਿਸਤਾਰ ਦੇ ਨਾਲ ਫੇਸਬੁੱਕ ਤੇ। ਘਰ ਘਰ ਨੌਕਰੀ ਨੂੰ ਉਹਨਾਂ ਨੇ ਹੱਥ ਨੌਕਰੀ ਕਹਿ ਦਿੱਤਾ। ਅੱਛਾ, ਹਾਂਜੀ, ਕੁਝ ਵੀ ਨਹੀਂ ਉਹਦੇ 'ਚ, ਕੁਝ ਵੀ ਨਹੀਂ। ਜੇ ਤੁਸੀਂ ਪੜੋਗੇ ਤਾਂ ਸਾਰਾ ਕੈਪਟਨ ਅਮਰਿੰਦਰ ਸਿੰਘ ਵਾਲਾ ਹੀ ਕਾਪੀ ਪੇਸਟ ਹੈ। ਪਰੰਤੂ ਕੱਲ ਜਿਹੜਾ ਇਹਨਾਂ ਨੇ ਪੇਂਡੂ ਵਿਕਾਸ ਵਾਸਤੇ ਦਿੱਤਾ ਏਜੰਡਾ ਆਪਣਾ, ਠੀਕ ਹੈ, ਉਹਦੇ 'ਚ ਖਾਸੀਆਂ ਚੀਜ਼ਾਂ ਕਈਆਂ ਨੇ, ਬਹੁਤ ਵੱਡੇ ਆ। ਔਰ ਜੇ ਤੁਸੀਂ ਦੇਖੋਗੇ ਨਰਿੰਦਰ ਮੋਦੀ ਨੇ ਵੀ ਕਿਹਾ ਕਿ 1 ਲੱਖ ਕਰੋੜ ਰੁਪਈਆ ਅਸੀਂ ਪੰਜਾਬ ਤੇ ਖਰਚਾਂਗੇ ਡਿਵੈਲਪਮੈਂਟ ਤੇ। ਉਹਦੇ 'ਚ ਬੁਨਿਆਦੀ ਢਾਂਚੇ ਤੋਂ ਲੈ ਕੇ ਸਪੋਰਟਸ ਤੱਕ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਦੇਣ ਦੀ ਗੱਲ ਕਹੀ ਗਈ ਆ। ਤਾਂ ਉਹਨਾਂ ਨੇ ਵੀ ਪੇਂਡੂ ਇਲਾਕਿਆਂ ਨੂੰ, ਖਾਸ ਤੌਰ ਤੇ ਕਿਸਾਨਾਂ ਨੂੰ ਹੀ ਟਾਰਗੇਟ ਕਰਨ ਦਾ ਯਤਨ ਕੀਤਾ ਕਿ ਬਾਈ ਤੁਸੀਂ ਸਾਨੂੰ ਮੌਕਾ ਦਿਓ, ਅਸੀਂ ਖੁੱਲ ਕੇ ਤੁਹਾਡੇ ਤੇ ਡਿਵੈਲਪਮੈਂਟ ਵਾਸਤੇ ਪੈਸਾ ਖਰਚ ਕਰਾਂਗੇ। ਜੀ। ਔਰ ਇੰਟਰਸਟਿੰਗ ਚੀਜ਼ ਜਿਹੜੀ ਹੈ ਇਹਦੇ ਵਿੱਚ ਕਿ ਭਾਜਪਾ ਨੇ ਵੀ MSP ਦਾ ਜ਼ਿਕਰ ਕੀਤਾ ਹੈ ਕਿ ਅਸੀਂ ਸਾਰੀਆਂ ਫਸਲਾਂ ਤੇ MSP ਦੇਵਾਂਗੇ। ਉਹਨਾਂ ਨੇ ਤੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਵੀ ਕਿਹਾ ਕਿ 5 ਏਕੜ ਤੋਂ ਜਿਹੜੇ ਹੇਠਾਂ ਵਾਲੇ ਕਿਸਾਨ ਆ, ਅਸੀਂ ਉਹਨਾਂ ਦਾ ਸਾਰਾ ਕਰਜ਼ਾ ਹੀ ਮਾਫ ਕਰ ਦਿਆਂਗੇ। ਉਹ ਵੀ ਕਰਜ਼ਾ ਮਾਫੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਵਾਲਾ ਹੀ ਹੈ ਮਸਲਾ। ਤਾਂ ਉਹਨਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਦਾ ਟੋਟਲੀ ਕਰਜ਼ਾ ਮਾਫ ਕਰ ਦੇਵਾਂਗੇ। ਬਾਈਟ ਭਾਵੇਂ ਨਾ ਰੱਖਣ, ਡਾਈਵਰਸਿਫਿਕੇਸ਼ਨ ਵਾਸਤੇ ਉਹ ਕਹਿੰਦੇ ਕਿ ਅਸੀਂ ਅਲੱਗ ਤੋਂ 5000 ਕਰੋੜ ਦਾ ਬਜਟ ਰੱਖਿਆ ਕਰਾਂਗੇ। ਸੋ ਗੱਲ ਤੇ ਇਹੀ ਹੈ ਕਿ MSP ਤਾਂ ਉਹ ਦੇ ਨਹੀਂ ਰਹੇ। ਸਾਡੇ ਇੱਥੇ ਮੱਕਾ ਜਿਹੜਾ ਉਹ MSP ਤੋਂ ਅੱਧਾ ਵਿਕਿਆ ਦੁਆਬੇ ਦੇ ਵਿੱਚ। ਭਾਰਤ ਦੇ ਕੋਨੇ-ਕੋਨੇ 'ਚ ਜੇ ਤੁਸੀਂ ਦੇਖੋਗੇ ਤਾਂ MSP ਮਿਲਦਾ ਹੀ ਨਹੀਂ ਹੈ, ਛੋਟੇ ਜਿਹੇ ਹਿੱਸੇ ਨੂੰ ਛੱਡ ਕੇ। ਤਾਂ MSP ਜਦੋਂ ਤੁਸੀਂ ਗਰੰਟੀ ਦੇ ਰੂਪ ਦੇ ਵਿੱਚ ਦੇਣ ਤੋਂ ਭੱਜ ਗਏ, ਜਦੋਂ ਤੁਸੀਂ MSP ਤੇ ਕਮੇਟੀ ਬਣਾਉਣ ਤੋਂ ਭੱਜ ਗਏ, ਤਾਂ MSP ਵਾਲਾ ਤਾਂ ਕਹ ਲਓ ਕਿਤੇ ਨਾ ਦੇਖੋ ਗੱਲ ਇਹ ਆ ਕਿ ਕਿਸਾਨਾਂ ਨੇ ਵੀ ਇੱਕ ਤਰ੍ਹਾਂ ਨਾਲ ਇਸ ਟਾਈਮ ਵਾਅਦੇ ਕੀਤੇ ਨੇ। ਠੀਕ ਹੈ। ਉਹਨੂੰ ਦੇਤਾ ਇਕਰਾਰਨਾਮਾ ਨਾ, ਤੇ ਇਹਨਾਂ ਨੇ ਵੀ ਵਾਅਦੇ ਕੀਤੇ ਨੇ, ਉਹਨੂੰ ਦੇ ਦਿੱਤਾ ਸੰਕਲਪ ਪੱਤਰ ਜਾਂ 11 ਏਜੰਡਾ ਜਾਂ ਰੂਰਲ ਡਿਵੈਲਪਮੈਂਟ ਦੇ ਨਾਮ ਤੇ। ਬਟ ਗੱਲ ਇਹ ਆ ਕਿ ਉਹ ਕੱਲੇ ਵਾਅਦੇ ਹੀ ਨੇ, ਹਾਲੇ ਉਹ ਕੋਈ ਲੀਗਲ ਡਾਕੂਮੈਂਟ ਤੇ ਹੈ ਨਹੀਂਗਾ, ਕੋਈ ਐਗਰੀਮੈਂਟ ਤੇ ਹੈ ਨਹੀਂਗਾ ਕਿ ਅਸੀਂ ਮੁੱਕਰੇ ਤੇ ਆ ਕੁਛ ਕਰ ਲਿਓ। ਤਾਂ ਉਹਦੇ ਵਿੱਚ ਸਾਰੀਆਂ ਪਾਰਟੀਆਂ ਹੀ ਕਰ ਰਹੀਆਂ, ਲੋਕਾਂ ਨੇ ਇਤਬਾਰ ਕਰਨਾ, ਲੋਕਾਂ ਨੇ ਪਾਵਰ ਦੇਣੀ। ਉਸ ਤੋਂ ਬਾਅਦ ਕਿਹੜਾ ਵਾਅਦੇ ਤੇ ਖਰਾ ਉਤਰਦਾ, ਕਿਹੜਾ ਖੋਟਾ ਨਿਕਲਦਾ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਸੋ ਵਧੀਆ ਚੀਜ਼ ਹੈ ਕਿ ਫੈਡਰਲ ਸਟਰਕਚਰ ਤੇ ਕਿਸਾਨਾਂ ਨੇ ਗੱਲ ਕੀਤੀ ਹੈ, ਜਿਹਦੇ ਤੋਂ ਭੱਜ ਰਹੇ ਨੇ। ਰਾਈਪੇਰੀਅਨ ਲਾਅ ਤੇ ਬਹੁਤ ਵਧੀਆ ਚੀਜ਼ਾਂ ਨੂੰ ਛੋਇਆ। ਅੱਗੇ ਆਪਾਂ ਗਏ ਨਹੀਂ, ਸ਼ਾਇਦ ਮੇਰੇ ਖਿਆਲ ਦੇ ਨਾਲ ਵਾਤਾਵਰਨ ਨੂੰ ਵੀ ਛੋਇਆ ਹੋਏਗਾ ਉਹਨਾਂ ਨੇ। ਪੰਜਾਬ ਦੀ ਕਰਜ਼ਾ ਮੁਕਤੀ ਤਾਂ ਹੈ, ਇਹਦੇ ਵਿੱਚ ਬਿਜਲੀ ਰਿਫਾਰਮਸ ਵੀ ਹੈਗੇ, ਟਰਾਂਸਪੋਰਟ ਦੇ ਵੀ, ਟੋਲ ਪਲਾਜ਼ੇ ਕਹਿੰਦੇ ਕਿ ਫ੍ਰੀ ਕਰ ਦਿਆਂਗੇ, ਖੇਡਾਂ, ਕਲਾ ਸਾਹਿਤ ਆ, ਮਜ਼ਬੂਤ ਅਤੇ ਇਨਸਾਫ ਪ੍ਰਬੰਧ ਜਿਹੜਾ ਹੁੰਦਾ ਸਮਾਜ ਉਹਦਾ ਕਰਨ ਦਾ ਕਿਹਾ, ਘੱਟ ਗਿਣਤੀ ਵਰਗਾਂ ਵਾਸਤੇ, ਵਾਤਾਵਰਨ ਵਾਸਤੇ ਵੀ ਇਹਨਾਂ ਨੇ ਕੁਝ ਚੀਜ਼ਾਂ ਕਹੀਆਂ। ਹਵਾ, ਪਾਣੀ ਤੇ ਜ਼ਮੀਨ ਨੂੰ ਵਿਕਾਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪ੍ਰਦੂਸ਼ਣ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਊਗਾ। ਪਰ ਇਹਦੇ ਚ ਖੋਲਿਆ ਕੁਛ ਨਹੀਂ ਇਹਨਾਂ ਨੇ ਕਿ ਕਿਵੇਂ ਕਰਾਂਗੇ, ਮਤਲਬ ਕਿ ਵਾਤਾਵਰਨ ਵਾਲੀ ਵੀ ਫਾਰਮੈਲਿਟੀ ਜੀ ਕੀਤੀ ਆ। ਜੀ। ਅੱਛਾ ਮਿੰਟੂ ਜੀ, ਹੁਣ ਦੂਜੀਆਂ ਸਿਆਸੀ ਤਨਜ਼ੀਮਾਂ ਵੱਲ ਆਈਏ। ਜਿਹੜੇ ਪਾਰਟੀ ਪ੍ਰਧਾਨ ਨੇ, 2 ਪ੍ਰਧਾਨ ਤਾਂ ਖੁਸ਼ ਨੇ ਕਿਉਂਕਿ ਦੋਨੇ CM ਬਣ ਜਾਣਗੇ ਜੇ ਲੋਕਾਂ ਨੇ ਫਤਵਾ ਦਿੱਤਾ। ਸੁਖਬੀਰ ਸਿੰਘ ਬਾਦਲ, ਉਧਰ ਭਗਵੰਤ ਮਾਨ। ਨਵਜੋਤ ਸਿੰਘ ਸਿੱਧੂ ਦੀ ਕੁਰਸੀ ਚੰਨੀ ਸਾਹਿਬ ਕੋਲੇ ਆ, ਉਹ ਜੇ ਲੋਕਾਂ ਤੋਂ ਫਤਵਾ ਮਿਲਿਆ ਤਾਂ ਉਹ ਚੰਨੀ ਸਾਹਿਬ ਬਣਨਗੇ ਮੁੱਖ ਮੰਤਰੀ। ਪਰ ਤਿੰਨਾਂ ਦੀ ਸਥਿਤੀ ਕਸੂਤੀ ਕਿਵੇਂ ਹੈ? ਨਹੀਂ, ਕਸੂਤੀ ਸਥਿਤੀ ਪ੍ਰਵੀਨ ਜੀ ਪ੍ਰਧਾਨਾਂ ਦੀ ਹਮੇਸ਼ਾ ਰਹਿੰਦੀ ਹੈ, ਕਿਉਂਕਿ ਬਹੁਤ ਜ਼ਿੰਮੇਵਾਰੀ ਹੁੰਦੀ ਹੈ।
ਬਟ ਇਹਨੂੰ ਤੁਸੀਂ ਇੱਕ ਹੋਰ ਆਸਪੈਕਟ ਤੋਂ ਦੇਖੋਗੇ, ਹੋਰ ਪੱਖ ਤੋਂ ਦੇਖੋਗੇ ਹਾਂਜੀ ਤਾਂ ਬੜੀ ਦਿਲਚਸਪ ਹੈ ਠੀਕ ਹੈ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਕਸੂਤੇ ਫਸੇ ਪਏ ਨੇ ਇਸ ਟਾਈਮ। ਅੱਛਾ ਕਾਹਦੇ ਕਰਕੇ? ਆਪੋ ਆਪਣੀ ਸੀਟ ਤੇ, ਅੱਛਾ ਠੀਕ ਹੈ ਜੀ ਜੀ ਸੀਟ ਤੇ ਫਸੇ ਨੇ ਕਸੂਤੇ। ਸੁਖਬੀਰ ਸਿੰਘ ਬਾਦਲ ਨੂੰ ਛੱਡ ਦਿਓ ਜਲਾਲਾਬਾਦ ਤੋਂ, ਕਿਉਂਕਿ ਉਹਨਾਂ ਨੂੰ ਬਹੁਤੀ ਟੈਨਸ਼ਨ ਹੈ ਨਹੀਂ ਜੀ ਟੈਨਸ਼ਨ ਵੈਨਸ਼ਨ ਮਿੱਤਰਾ ਮੈਂ ਨਹੀਂ ਲੈਂਦਾ, ਹਾਂਜੀ ਉਹ ਤੇ ਬੇਫਿਕਰਾ ਜਿਹਾ ਹੀ ਰਹਿੰਦਾ। ਠੀਕ ਹੈ ਸੋ ਇਸ ਕਰਕੇ ਜਲਾਲਾਬਾਦ ਵਾਲੀ ਟੈਨਸ਼ਨ ਤੇ ਇੰਨੀ ਜ਼ਿਆਦਾ ਹੈ ਨਹੀਂ ਉਸ ਪਾਰਟੀ ਪ੍ਰਧਾਨ ਨੂੰ ਜਿਹੜਾ ਕਿ ਜਾ ਕੇ ਬਾਹਰ ਪ੍ਰਚਾਰ ਕਰ ਰਿਹਾ। ਭਗਵੰਤ ਮਾਨ ਵੀ ਆ 2-3 ਦਿਨ ਤੋਂ ਨਿਕਲ ਰਹੇ ਨੇ, ਠੀਕ ਹੈ ਮਤਲਬ ਲੰਬੀ ਕੀਤਾ, ਸ਼ਾਇਦ ਬਠਿੰਡਾ, ਫਰੀਦਕੋਟ, ਉਸ ਤੋਂ ਬਾਅਦ ਫਿਰੋਜ਼ਪੁਰ। ਹਾਂਜੀ ਅੱਜ ਦਾ ਪਤਾ ਨਹੀਂ ਕੀ ਪ੍ਰੋਗਰਾਮ ਸੀ, ਹੂੰ ਪਰ ਉਹ ਵੀ ਧੂਰੀ ਤੋਂ ਮਤਲਬ ਕਿ ਕਸੂਤੇ ਫਸੇ ਹੋਏ ਆ। ਜੀ। ਜੇ ਬਾਹਰ ਨਿਕਲਦੇ ਆ ਹਾਂ ਤਾਂ ਉਹ ਮੀਆਂ ਬੀਵੀ ਨੰਗੇ ਪੈਰ ਉੱਥੇ ਤੁਰੇ ਫਿਰਦੇ ਆ, ਹਾਂਜੀ ਤੇ ਉਹਨਾਂ ਦਾ ਗਰਾਊਂਡ ਤੇ ਕਿਤੇ ਨਾ ਕਿਤੇ ਹੈਗਾ ਹੀ ਆ ਨਾ, ਜੀ ਜੀ ਬਿਲਕੁਲ ਉਹ ਤਾਂ ਉੱਥੋਂ ਦੇ ਵਸਨੀਕ ਨੇ, ਹੂੰ ਤੇ ਉਹ ਵੋਟ ਜਿਹੜੀ ਹੈ ਉਹ ਆਪਣੇ ਹਿਸਾਬ ਕਿਤਾਬ ਨਾਲ ਮੰਗ ਰਹੇ ਨੇ। ਜੀ ਹੁਣ ਜੇ ਮੰਨ ਲਓ ਇੱਧਰ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ ਹਾਂਜੀ ਤੇ ਫਿਰ ਪਿੱਛੋਂ ਖੇਡ ਖਿਲਰਦੀ ਹੈ, ਹੂੰ ਜੇ ਪਿੱਛਾ ਸੰਭਾਲਿਆ ਜਾਂਦਾ ਫਿਰ ਅੱਗੋਂ ਜਿਹੜਾ ਕੰਮ ਖਰਾਬ ਹੁੰਦਾ ਹੈ। ਹਾਂਜੀ ਕਿਉਂਕਿ ਇੱਕੋ ਇੱਕ ਕਹ ਲਓ ਕਿ ਜਿੱਦਾਂ ਹੁੰਦਾ ਨਾ ਵਨ ਮੈਨ ਸ਼ੋ ਹਾਂ ਤੇ ਵਨ ਮੈਨ ਆਰਮੀ, ਜੀ ਇਹ ਵਨ ਮੈਨ ਆਰਮੀ ਨਜ਼ਰ ਆ ਰਹੀ ਹੈ ਪ੍ਰਚਾਰ ਦੇ ਮਾਮਲੇ 'ਚ, ਤੇ ਵਨ ਮੈਨ ਸ਼ੋ ਹੀ ਆ ਆਮ ਆਦਮੀ ਪਾਰਟੀ, ਜੀ ਕਿਉਂਕਿ ਰਾਘਵ ਚੱਡਾ ਹੋਰਾਂ ਦਾ ਕੋਈ ਅਸਰ ਨਹੀਂ ਇਹਨਾਂ ਨਾਲ। ਉੱਤੇ ਸਗੋਂ ਸੰਜੇ ਸਿੰਘ ਜਿਹੜਾ ਸੀ ਨਾ, ਉਹ ਉਹਨਾਂ ਸਮਿਆਂ ਦੇ ਵਿੱਚ ਸਪੀਚ ਬੜੀ ਜ਼ਬਰਦਸਤ ਕਰ ਜਾਂਦਾ ਸੀ। ਹਾਂਜੀ ਉਹ ਅੱਧੇ ਪੰਜਾਬੀਆਂ ਨੂੰ ਭਾਵੇਂ ਸਮਝ ਨਹੀਂ ਸੀ ਆਉਂਦੀ, ਪਰ ਜੋਸ਼ ਤੋਂ ਹੀ ਉਹ ਕਹਿੰਦੇ ਹੁੰਦੇ ਆ ਬੜਾ ਵਧੀਆ ਬੋਲਦਾ ਹੈ। ਹਾਂ ਸੁੱਚਾ ਸਿੰਘ ਛੋਟੇਪੁਰ ਸੀ, ਹਾਂ ਜੀ ਜੀ ਸੁਖਪਾਲ ਖਹਿਰਾ ਸੀ, ਡਾਕਟਰ ਧਰਮਵੀਰ ਗਾਂਧੀ ਸੀ ਕਿਸੇ ਟਾਈਮ, ਜੀ ਅੱਛੇ ਨੌਜਵਾਨ ਬੁਲਾਰੇ ਸੀ ਇਹਨਾਂ ਦੇ ਕੋਲ। ਹੂੰ ਤਾਂ ਕਹਿਣ ਦਾ ਮਤਲਬ ਹੈ ਕਿ ਕੁਝ ਚੀਜ਼ਾਂ ਦੇ ਮਾਮਲੇ 'ਚ ਉਲਝਣ ਭਗਵੰਤ ਮਾਨ ਨੂੰ ਵੀ ਹੈ, ਤਾਂ ਧੂਰੀ ਸੀਟ ਤੇ ਉਹ ਫਸੇ ਪਏ ਆ। ਜੀ ਜੇ ਤੁਸੀਂ ਪਰੇ ਚਲੇ ਜਾਓ ਹਾਂਜੀ ਤਾਂ ਸਿੱਧੂ ਸਾਹਿਬ ਫਸੇ ਪਏ ਨੇ, ਹੂੰ ਉੱਥੇ ਕਸੂਤਾ ਹੋ ਗਿਆ ਕੰਮ। ਹਾਂਜੀ 2004 ਵਾਲਾ ਇਲੈਕਸ਼ਨ ਜਿੱਤੇ, ਜੀ 7 'ਚ ਕੇਸ ਖੁੱਲ ਗਿਆ, ਠੀਕ ਹੈ। ਅਸਤੀਫਾ ਦੇਣਾ ਪਿਆ, ਹਾਂਜੀ ਫੇਰ ਇਲੈਕਸ਼ਨ ਹੋਇਆ, ਹੂੰ। ਜਿੱਤੇ, 9 'ਚ ਫੇਰ ਜਿੱਤ ਗਏ, ਜੀ। 12 'ਚ ਬੀਬੀ ਸਿੱਧੂ ਨੂੰ ਭਾਜਪਾ ਨੇ ਦੇ ਦਿੱਤੀ ਟਿਕਟ। ਜੀ। ਮਤਲਬ ਕਿ ਸਿੱਧੂ ਜੋੜਾ ਅਨਬੀਟਨ ਹੈ ਅੱਜ ਤੱਕ। ਹੂੰ ਉਧਰੋਂ ਮਜੀਠੇ ਵਾਲਾ ਕਹਿੰਦਾ ਮੈਂ ਵੀ ਅਨਬੀਟਨ, ਹਾਂਜੀ ਅਜੇਤੂ ਆ। ਜੀ ਇੱਕ ਦਾ ਟਾਇਰ ਤੇ ਪੈਂਚਰ ਹੋਣਾ ਹੀ ਹੋਣਾ। ਹਾਂ ਬਿਲਕੁਲ ਜਾਂ ਉਹ ਆਂਦੇ ਟਾਂਡਿਆਂ ਵਾਲੀ ਹੈ ਨਹੀਂ ਤੇ ਜਾਂ ਭਾਂਡਿਆਂ ਭਾਂਡਿਆਂ ਵਾਲੀ, ਵਾਲੀਆਂ ਨਹੀਂ ਹਾਂਜੀ ਸਹੀ ਇਹ ਤਾਂ ਹੈ ਹੀ ਆ। ਜੀ ਤੇ ਉਹ ਇੱਕ ਤੁਸੀਂ ਦੇਖੋ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਥਾਂ ਤੇ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਮਾਝੇ 'ਚ ਕੱਲ ਚਰਨਜੀਤ ਸਿੰਘ ਚੰਨੀ ਗਏ ਨਹੀਂ, ਜੀ ਅੱਛਾ ਪਟਿਆਲੇ 'ਚ ਗਏ ਠੀਕ ਹੈ ਨਹੀਂ, ਹਾਂਜੀ ਲੁਧਿਆਣੇ 'ਚ ਅੱਛਾ ਰਾਹੁਲ ਗਿਆ, ਉਸ ਤੋਂ ਬਾਅਦ ਇੱਕ ਰੋਡ ਸ਼ੋ ਟਾਈਪ ਕੀਤਾ ਜੀ ਚਰਨਜੀਤ ਸਿੰਘ ਚੰਨੀ ਨੇ। ਹਾਂਜੀ ਭਗਵੰਤ ਮਾਨ ਵਾਂਗੂ ਇਹ ਵੀ ਲਮਕਿਆ ਹੋਇਆ ਸੀ ਉੱਤੇ ਠੀਕ ਹੈ ਗੱਡੀ ਦੇ, ਜੀ ਹਜ਼ਾਰਾਂ ਦੀ ਭੀੜ, ਕਰੋਨਾ ਹੈ ਨਹੀਂ ਸੀ ਉੱਥੇ ਕਿਤੇ ਵੀ, ਠੀਕ ਹੈ ਨਜ਼ਰ ਨਹੀਂ ਆਇਆ, ਹਾਂਜੀ ਭੱਜ ਗਿਆ ਨੱਸ ਗਿਆ ਉਹ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਦੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਨੂੰ ਸੰਭਾਲ ਰਿਹਾ ਇਸ ਟਾਈਮ, ਹੂੰ ਉਹ ਵੀ ਫਸੇ ਨਜ਼ਰ ਆ ਰਿਹਾ। ਜੀ ਜਸਵੀਰ ਸਿੰਘ ਗੜੀ ਠੀਕ ਹੈ ਸੁਖਬੀਰ ਸਿੰਘ ਬਾਦਲ ਦੇ, ਉਹ ਫਗਵਾੜੇ 'ਚ ਫਸ ਗਏ, ਅੱਛਾ ਉੱਥੇ ਬੜੀ ਤਗੜੀ ਟੱਕਰ ਹੈ। ਜੀ ਉੱਥੇ ਸਾਂਪਲਾ ਆ ਗਿਆ, ਹੂੰ ਸਾਬਕਾ ਕੇਂਦਰੀ ਵਜ਼ੀਰ, ਜੀ 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 ਫਿਰ ਐਸੀ ਕਮਿਸ਼ਨ ਦਾ ਚੇਅਰਮੈਨ ਕੌਮੀ, ਹਾਂਜੀ ਹਾਂਜੀ ਅਸਤੀਫਾ ਦੇ ਕੇ ਆਇਆ। ਭਾਜਪਾ ਦੀ ਗੜ੍ਹ ਵਾਲੇ ਦੁਆਬੇ ਦੇ ਵਿੱਚ ਪ੍ਰਭਾਵ ਹੈ। ਹੈਗੇ ਜੀ ਅੱਛਾ, ਨਾਲ ਜੋਗਿੰਦਰ ਮਾਨ ਆਮ ਆਦਮੀ ਪਾਰਟੀ ਬੰਨਿਓ, ਪੁਰਾਣਾ ਕਾਂਗਰਸੀ ਹੈ। ਹੂੰ ਬਲਵਿੰਦਰ ਸਿੰਘ ਧਾਲੀਵਾਲ ਉੱਥੇ, ਜੀ ਜਿਹੜਾ ਕਿ ਸਿਟਿੰਗ ਐਮਐਲਏ ਆ, ਹੂੰ ਉੱਥੇ ਟੱਕਰ ਬੜੀ ਭਿਆਨਕ ਹੋਈ ਪਈ ਆ। ਠੀਕ ਹੈ ਤੇ ਜਸਵੀਰ ਸਿੰਘ ਗੜੀ ਜੇ ਹਾਰ ਜਾਂਦੇ ਆ ਹਾਂਜੀ ਤੇ ਬਸਪਾ ਵਾਸਤੇ ਬੜਾ ਝਟਕਾ। ਹਾਂਜੀ ਬਿਲਕੁਲ ਹੈ। ਅੱਛਾ, ਇਹ ਤੋਂ ਪਰੇ ਚਲੇ ਜਾਓ ਪਠਾਨਕੋਟ, ਹਾਂਜੀ ਉੱਥੇ ਭਾਜਪਾ ਵਾਲਾ ਪ੍ਰਧਾਨ ਫਸ ਗਿਆ ਕਸੂਤਾ। ਠੀਕ ਹੈ ਭਾਜਪਾ ਵਾਲਾ ਪ੍ਰਧਾਨ ਹੈ ਜਿਹੜਾ, ਹਾਂਜੀ ਇਹ ਜਿੱਤਿਆ ਸੀਗਾ ਮੇਰੇ ਖਿਆਲ ਦੇ ਨਾਲ 12 'ਚ, ਹੂੰ 12 'ਚ ਜਿੱਤਿਆ ਸੀਗਾ, ਜੀ ਜੀ 17 'ਚ ਹਾਰ ਗਿਆ। ਹੂੰ ਫਿਰ ਟਿਕਟ ਐਤਕੀ ਇਹਨੂੰ ਟਿਕਟ ਵੀ ਨਹੀਂ ਸੀ ਮਿਲਦੀ, ਅੱਛਾ ਮਸਾ ਹੀ ਲਈ ਲੋਕਾਂ ਨੇ ਆਖਿਆ ਬੜੀ ਬੇਇੱਜ਼ਤੀ ਹੋਣੀ ਜੇ, ਜੀ। ਪ੍ਰਧਾਨ ਨੂੰ ਟਿਕਟ ਨਹੀਂ ਦਿੱਤੀ। ਜੀ ਜੀ ਬਿਲਕੁਲ ਅੱਛਾ, ਉਹ ਸੀਟ ਭਾਜਪਾ ਜਿੱਤਦੀ ਆਈ ਸੀ, ਕਾਂਗਰਸ ਨੇ ਤੋੜ ਦਿੱਤਾ ਠੀਕ ਹੈ ਤੋੜ ਦਿੱਤਾ ਇਹ ਰਿਕਾਰਡ, ਅਮਿਤ ਵਿਜ ਬਣ ਗਿਆ। ਹੂੰ, ਅੱਛਾ, ਹੁਣ ਅਮਿਤ ਵਿਜ ਨਾਲ ਤੇ ਟੱਕਰ ਹੈ ਹੀ ਹੈ ਹਾਰੇ ਹੋਏ ਪ੍ਰਧਾਨ ਦੀ, ਜੀ ਨਾਲ ਇਹਨਾਂ ਦਾ ਇੱਕ ਵਿਭੂਤੀ ਸ਼ਰਮਾ ਹੁੰਦਾ ਸੀ ਕਾਂਗਰਸੀ ਦਾ, ਠੀਕ ਹੈ ਉਹ 7 ਵਾਰ ਦਾ ਮੇਅਰ ਹੈ ਉੱਥੋਂ ਦਾ, ਜੀ ਪਠਾਨਕੋਟ 7 7 ਵਾਰ ਦਾ ਮੇਅਰ ਹੈ। ਕੀ ਬਾਤ ਉਹ ਬੰਦਾ ਆਮ ਆਦਮੀ ਪਾਰਟੀ 'ਚ ਆ ਗਿਆ। ਅੱਛਾ ਬੜੇ ਸਿਆਪੇ ਪਏ ਨੇ ਉੱਥੇ ਵੀ। ਸੋ ਪ੍ਰਧਾਨ ਜਿਹੜੇ ਆ ਨਾ, ਸਾਰਿਆਂ ਦੀ ਗਰਾਰੀ ਜਿਹੜੀ ਫਸੀ ਪਈ ਆ। ਜੀ ਜੀ ਕਰੋ ਗੱਲ, ਹੁਣ ਸਮਾਂ ਥੋੜਾ ਰਹਿ ਬਿਲਕੁਲ ਜਾਂਦੇ ਜਾਂਦੇ ਮਿੰਟੂ ਜੀ ਉਸ ਚੋਣ ਬਾਰੇ, ਵਿਧਾਇਕੀ ਦੀ ਚੋਣ ਬਾਰੇ ਜ਼ਰੂਰ ਦੱਸੇ, ਜਦੋਂ 400 ਦੇ ਨੇੜੇ ਤੇਰੀ ਵੋਟਾਂ ਦੇ ਵਿੱਚ ਫੈਸਲਾ ਹੋ ਗਿਆ। ਉਹ ਇਤਿਹਾਸ ਦੇ ਝਰੋਖੇ 'ਚ ਜਦੋਂ ਤੁਸੀਂ ਝਾਕਦੇ ਹੋ ਤਾਂ ਬਹੁਤ ਕੁਝ ਪਿਆ ਹੈ, ਜੀ ਬਹੁਤ ਕੁਝ ਪਿਆ ਪੰਜਾਬ ਦੀ ਰਾਜਨੀਤੀ 'ਚ। ਠੀਕ ਹੈ ਤਾਂ ਇਹ ਉਹ ਸਮਾਂ ਸੀਗਾ ਜੀ ਜਦੋਂ ਬਾਈਕਾਟ ਹੋਇਆ,
ਅੱਛਾ ਤੁਹਾਡੀ ਸੰਭਾਲਾ ਹੋਣੀ ਹੈ ਸ਼ਾਇਦ 1992 ਚ ਬਾਈਕਾਟ ਹੋਇਆ ਸੀ। ਪਹਿਲਾਂ 1991 ਚ ਇਲੈਕਸ਼ਨ ਜਿਹੜਾ ਸੀ ਨਾ ਡਿਕਲੇਅਰ ਹੋ ਗਿਆ ਸੀ ਵੀ ਹੁਣ ਆਇਆ। ਜੀ ਨਹੀਂ ਆਪਾਂ 90 ਮਾਡਲ ਹਾਂ। ਅੱਛਾ ਤੁਸੀਂ 90 ਮਾਡਲ, ਉਦੋਂ ਅਸੀਂ ਹੈਗੇ ਸੀ ਉਦੋਂ। ਹਾਂਜੀ ਹਾਂਜੀ ਅੱਛਾ ਫਿਰ ਹੋਇਆ ਕਿ ਕੁਝ ਉਮੀਦਵਾਰ, ਕਿਉਂਕਿ ਦੌਰ ਸੀਗਾ ਐਸਾ, ਹਥਿਆਰਬੰਦ ਬਗਾਵਤ ਚੱਲ ਰਹੀ ਸੀ, ਕੁਝ ਉਮੀਦਵਾਰ ਮਾਰ ਦਿੱਤੇ ਗਏ। ਠੀਕ ਹੈ। ਅੱਛਾ ਉਹਦੇ ਤੇ ਅੱਜ ਵੀ ਸਿੱਖ ਕੌਮ ਖਾਸ ਤੌਰ ਤੇ ਦੋ ਫਾੜਿਆ, ਉਹ ਫੈਸਲਾ ਲਿਆ ਗਿਆ ਬਾਈਕਾਟ ਦਾ। ਕੁਝ ਲੋਕ ਕਹਿ ਰਹੇ ਆ ਕਿ ਉਹ ਇੱਕ ਸਾਜ਼ਿਸ਼ ਸੀ, ਕੁਝ ਲੋਕ ਕਹਿੰਦੇ ਮਤਲਬ ਕਿ ਗਲਤ ਫੈਸਲਾ ਸੀ, ਕਿ ਉਹਦੇ ਨਾਲ ਬੇਅੰਤ ਸਿੰਘ ਦਾ ਰਸਤਾ ਸਾਫ਼ ਹੋਇਆ, ਕਾਂਗਰਸ ਦਾ ਸਾਫ਼ ਹੋਇਆ, ਤੇ ਫਿਰ ਬਹੁਤ ਕੁਝ ਹੋਇਆ। ਨੌਜਵਾਨ ਚੁੱਕ ਚੁੱਕ ਕੇ ਮਾਰੇ ਗਏ ਨੇ ਜੀ, ਕਿ ਜੇ ਉੱਥੇ ਰੋਕ ਲਿਆ ਜਾਂਦਾ ਅਕਾਲੀਆਂ ਦੀ ਸਰਕਾਰ ਬਣ ਜਾਂਦੀ ਜਾਂ ਸਿਮਰਨਜੀਤ ਸਿੰਘ ਮਾਨ ਸਰਕਾਰ ਬਣਾ ਸਕਦੇ ਸਨ ਇਜ਼ਲੀ। ਮਤਲਬ ਕਿ ਨਾਲੇ ਤਾਂ ਪਾਵਰ ਰਹਿੰਦੀ ਹੱਥ 'ਚ ਤੇ ਨਾਲੇ ਆ ਕਾਨ ਨਾ ਹੁੰਦਾ। ਇਹ ਦੋ ਰਾਏ ਨੇ। ਕੁਝ ਲੋਕ ਕਹਿ ਰਹੇ ਕਿ ਬਾਈਕਾਟ ਉਸ ਸਮੇਂ ਦੀ ਮੰਗ ਸੀ ਬਈ, ਕੁਝ ਉਸ ਡਿਸੀਜਨ ਨੂੰ ਬੜਾ ਗਲਤ ਕਹਿੰਦੇ ਨੇ। ਅੱਛਾ ਚਲੋ ਇਸ ਤੋਂ ਵੀ ਅੱਗੇ ਆ ਜਾਓ ਤਾਂ 91 ਚ ਉਹ ਫਿਰ ਮੇਰੇ ਖਿਆਲ ਦੇ ਨਾਲ ਉਦੋਂ 2 ਦਰਜਨ ਕਤਲ ਹੋ ਗਏ ਉਮੀਦਵਾਰਾਂ ਦੇ, ਬਹੁਤ ਉਮੀਦਵਾਰ ਮਾਰੇ ਸਨ। ਅਸੀਂ ਉਦੋਂ ਲਾ ਲਓ ਕਿ ਕੁਛ 6ਵੀਂ 7ਵੀਂ ਚ ਪੜ੍ਹਦੇ ਹੋਵਾਂਗੇ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸੀ, 1 ਸਾਲ ਬਾਅਦ ਇਲੈਕਸ਼ਨ ਹੋਇਆ ਸੀ। ਖਾੜੀ ਵਾਲਾ ਯੁੱਧ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਉਸ ਦੌਰ ਚ ਹੀ ਹੋਇਆ, ਕੋਈ ਅੱਗੇ ਜਾ ਕੇ ਨਾ ਸਾਲ 2 ਸਾਲ ਦਾ ਫਰਕ ਹੋਏਗਾ ਮੇਰੇ ਖਿਆਲ ਦੇ ਨਾਲ, ਜਿੰਨਾ ਕੁ ਮੈਨੂੰ ਧੁੰਦਲਾ ਜਿਹਾ ਯਾਦ ਆ। ਅੱਛਾ ਉਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਉਦੋਂ ਸੀਟ ਹੁੰਦੀ ਸੀ ਜੋਗਾ ਸੀਟ। ਅੱਛਾ ਜਦੋਂ 91 ਵਾਲਾ ਡਿਕਲੇਅਰ ਹੋਇਆ ਉਦੋਂ ਤਾਂ ਉਮੀਦਵਾਰ ਬੜੇ ਭਰਮੇ ਸਨ। ਬਾਅਦ ਦੇ ਵਿੱਚ ਤੇ ਉਮੀਦਵਾਰ ਹੀ ਪੂਰੇ ਪੰਜਾਬ ਚ 300 400 ਹੀ ਰਹਿ ਗਿਆ ਹੋਏਗਾ ਮੇਰਾ ਅੰਦਾਜ਼ਾ ਹੈ। ਠੀਕ ਹੈ ਬੜੇ ਘਟ ਗਏ ਸਨ, ਕਈ ਗੁਣਾ ਘਟ ਗਏ, 3-4 ਗੁਣਾ ਘਟ ਗਏ ਸਨ ਉਮੀਦਵਾਰ, ਕਿਉਂਕਿ ਕਾਗਜ਼ ਫਾਈਲ ਨਹੀਂ ਸੀ ਕੀਤੇ ਜਾ ਰਹੇ। ਅੱਛਾ ਕਾਂਗਰਸ ਹੈਗੀ ਸੀ, ਭਾਜਪਾ ਹੈਗੀ ਸੀ। ਇੰਟਰਸਟਿੰਗ ਚੀਜ਼ ਕਿ ਅਮਰਿੰਦਰ ਸਿੰਘ ਦਾ ਅਕਾਲੀ ਦਲ ਕਾਬਲ ਸੀ। ਕਿਸੇ ਨੂੰ ਇਹ ਨਹੀਂ ਪਤਾ ਹੋਣਾ ਕਿ ਉਦੋਂ ਅਮਰਿੰਦਰ ਸਿੰਘ ਕਾਲੀ ਸੀ ਤੇ ਅਕਾਲੀ ਦਲ ਦਾ ਨਾਂ ਕੀ ਸੀ, ਉਹਦਾ ਨਾਂ ਸੀ ਅਕਾਲੀ ਦਲ ਕਾਬਲ। ਇਹ ਵੀ ਹੈਗੇ ਸੰਵਿਧਾਨ ਦੇ ਵਿੱਚ ਸਭ ਲਾ ਲਓ। ਅੱਛਾ ਇਹ ਤੇ ਨਿਰਵਿਰੋਧ ਹੀ ਚੁਣਿਆ ਗਿਆ ਸੀ ਮੈਨੂੰ ਲੱਗਦਾ ਸਮਾਣੇ ਤੋਂ, ਸ਼ਾਇਦ ਜਿੰਨਾ ਕੁ ਮੈਨੂੰ ਯਾਦ ਹੈ ਕਿ ਇਹਦੇ ਬਰਾਬਰ ਕੋਈ ਉਮੀਦਵਾਰ ਹੈ ਨਹੀਂ ਸੀਗਾ। ਇਸ ਤਰ੍ਹਾਂ ਇੱਕ ਹੋਰ ਸੀਗਾ, ਹੁਣ ਮੈਨੂੰ ਯਾਦ ਨਹੀਂ ਹੈ, ਕਿ ਇੱਕ ਉਹ ਵੀ ਉਮੀਦਵਾਰ ਨਿਰਵਿਰੋਧ ਹੀ ਚੁਣਿਆ ਗਿਆ ਸੀਗਾ। ਅੱਛਾ ਉਹ ਜਿਹੜੀ ਗੱਲ ਆ ਕਿ ਉਹ ਜਿਹੜੀ ਮੌੜ ਵਾਲੀ ਸੀਟ ਹੈ ਨਾ ਹੁਣ, ਜਿੱਥੋਂ ਲੱਖਾ ਸਿਧਾਣਾ ਤੇ ਮਾਈਸਰ ਖਾਨਾ ਤੇ ਜਗਮੀਤ ਬਰਾੜ ਫਾਈਟ ਜਣੇ, ਇਹ ਸੀਟ ਹੁੰਦੀ ਸੀ ਜੋਗਾ ਸੀਟ ਉਸ ਟਾਈਮ। ਠੀਕ ਹੈ ਹੋਇਆ ਕਿ ਜੋਗਾ ਸੀਟ ਤੇ ਜਿਹੜੀਆਂ ਵੋਟਾਂ ਪਈਆਂ ਉਹ ਪਈਆਂ 1009, 54 ਉਹਦੇ ਚੋਂ ਰੱਦ ਹੋ ਗਈਆਂ, 955 ਰਹਿ ਗਈਆਂ। 955 ਚੋਂ ਇੱਕ ਹੁੰਦਾ ਸੀਗਾ ਮੇਰੇ ਖਿਆਲ ਦੇ ਨਾਲ ਇੰਡੀਅਨ ਪੀਪਲਸ ਫਰੰਟ ਹੁੰਦਾ ਸੀ ਸ਼ਾਇਦ, ਉਹਦਾ ਕਾਮਰੇਡ ਸੀ ਜੋਗਾ ਸਿੰਘ। 394 ਵੋਟਾਂ ਲੈ ਕੇ ਐਮਐਲਏ ਬਣ ਗਿਆ। 394 ਵੋਟਾਂ ਲੈ ਕੇ, ਇਹ ਅੱਜ ਤੱਕ ਦੀ ਮੇਰੇ ਖਿਆਲ ਦੇ ਨਾਲ ਸਭ ਤੋਂ ਘੱਟ ਵੋਟਾਂ ਤੇ ਪ੍ਰਾਪਤ ਕੀਤੀ ਜਿੱਤ ਦਾ ਰਿਕਾਰਡ ਹੈ ਪੰਜਾਬ ਦੇ। ਹਾਂਜੀ 394 ਤੇ। ਠੀਕ ਹੈ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਵਿਕਟਰੀ ਆਫ ਮਾਰਜਨ ਸੀਗਾ, ਵਿਕਟਰੀ ਦਾ ਮਾਰਜਨ ਆਫ ਵਿਕਟਰੀ, ਉਹ ਵੀ ਤਕਰੀਬਨ ਮੇਰੇ ਖਿਆਲ ਦੇ ਨਾਲ 86 ਵੋਟ ਦਾ ਸੀਗਾ। ਠੀਕ ਹੈ ਜੀ। ਕਮਾਲ ਦੀ ਗੱਲ ਇਹ ਹੈ 394 ਦੇ ਵਿੱਚ ਵੀ। ਔਰ ਦੂਸਰੀ ਸੀ ਭਦੌੜ ਵਾਲੀ ਸੀਟ, ਉੱਥੇ ਪਈਆਂ ਮੇਰੇ ਖਿਆਲ ਦੇ ਨਾਲ 2263 ਸ਼ਾਇਦ, ਤੇ ਉੱਥੇ 1000 ਸਮਥਿੰਗ ਵੋਟਾਂ ਲੈ ਕੇ ਨਿਰਮਲ ਨਿੰਮਾ ਸ਼ਾਇਦ ਬਸਪਾ ਤੋਂ ਸੀ, ਉਹ ਬਣ ਗਿਆ। ਅੱਛਾ ਵਾਹ, ਇਹ ਦੂਜੇ ਨੰਬਰ ਵਾਲੀ ਸੀਗੀ। ਸੋ ਇਹ ਇਤਿਹਾਸ ਦੇ ਝਰੋਖੇ ਚੋਂ ਹੈ। ਫਿਰ ਉਹ ਜਿਹੜਾ ਜੋਗਾ ਸਿੰਘ ਸੀ ਕਾਮਰੇਡ, ਉਹਨੇ ਕਾਂਗਰਸ ਜੁਆਇਨ ਕਰ ਲਈ। ਕਾਂਗਰਸ ਜਦੋਂ ਜੁਆਇਨ ਕਰ ਲਈ ਫਿਰ ਕਾਮਰੇਡਾਂ ਨੇ ਉਹਨੂੰ ਗਦਾਰ ਕਰਾਰ ਦਿੱਤਾ ਸੀਗਾ। ਠੀਕ ਹੈ ਫਿਰ ਉਮਰ ਦੇ ਆਖਰੀ ਪੜਾਅ ਚ ਉਹਨੇ ਆ ਕੇ ਤੇ ਆਪਣੇ ਵਿਚਾਰਧਾਰਕ ਸਾਥੀਆਂ ਨੂੰ ਕਿਹਾ, ਵੈਸੇ ਉਮਰ ਜ਼ਿਆਦਾ ਨਹੀਂ ਸੀ ਕਿਉਂਕਿ ਡੈਥ ਹੋ ਗਈ, ਮੈਂ ਤਾਂ ਕਹਿ ਰਿਹਾ, ਉਹਨੇ ਪਰਤਣਾ ਚਾਹਿਆ ਆਪਣੇ ਕਾਮਰੇਡਾਂ ਵੱਲ, ਤਾਂ ਲਿਆ ਨਹੀਂ ਸੀ ਗਿਆ ਸੀ। ਫਿਰ ਉਹ ਬੰਦਾ ਬੜਾ ਸਿੰਪਲ ਸਾਦਾ ਜਿਹਾ ਸੀ, ਛੋਟੀ ਜੀ ਦੁਕਾਨ ਚਲਾਉਂਦਾ ਹੀ ਫਿਰ ਮਰ ਗਿਆ ਸੀਗਾ। ਸੋ ਉਹ ਵਿਧਾਇਕ ਜਿਹੜਾ ਮਹਿਜ਼ 394 ਵੋਟਾਂ ਤੇ ਬਣਿਆ, ਬਾਅਦ ਦੇ ਵਿੱਚ ਗੁਮਨਾਮੀ ਚ ਹੀ ਚਲੇ ਗਿਆ। ਮੇਰੇ ਖਿਆਲ ਦੇ ਨਾਲ 2016 ਚ ਡੈਥ ਹੋਈ ਸੀ। ਜੀ ਲੋਕਤੰਤਰ ਨੇ ਵੇਖੋ ਕੀ ਕੁਛ ਤੈਅ ਕੀਤਾ। ਜੀ ਬਹੁਤ ਕੁਛ ਹੈ ਲੋਕਤੰਤਰ ਦੀ ਇਸ ਕਹਾਣੀ ਦੇ ਵਿੱਚ। ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਸਾਰੇ ਇਸੇ ਤਰ੍ਹਾਂ ਮਿਲਾਂਗੇ, ਗੱਲਬਾਤ ਕਰਾਂਗੇ ਪੰਜਾਬ ਦੇ ਚੋਣਾਂ ਦੇ ਮਾਹੌਲ ਦੀ, ਕੀ ਕੁਝ ਹੋ ਰਿਹਾ, ਕਿੱਥੇ ਹੋ ਰਿਹਾ, ਤੇ ਗੱਲਬਾਤ ਕਰਾਂਗੇ ਸਿਆਸਤ ਦੇ ਵਿੱਚ ਅੰਦਰਲੀਆਂ ਵਾਪਰ ਰਹੀਆਂ ਕਹਾਣੀਆਂ ਦੀ। CPC TV ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।